ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਸ ਦੇ ਮੁਤਾਬਕ ਹੀ ਵਿਚਾਰ ਕਰਦੇ ਹਾਂ। ਅੱਜ ਦਾ ਜੋ ਸਾਹਿਬ ਦਾ ਫੁਰਮਾਨ ਹੈ ਆਪਾਂ ਉਸ ਦੀ ਵਿਚਾਰ ਕਰਾਂਗੇ। ਪਾਤਸ਼ਾਹ ਕਹਿੰਦੇ, ਧੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਿਨੀ ਸੂਤ। ਪਹਿਲਾਂ ਆਪਾਂ ਥੋੜਾ ਜਿਹਾ ਸਮਝਾਂਗੇ ਕਿ ਧੌਲ ਕਿਸ ਨੂੰ ਆਖਿਆ। ਵੈਸੇ ਆਮ ਇੱਕ ਪ੍ਰਚਲਿਤ ਕਹਾਣੀ ਹੈ ਕਿ ਧੌਲਾ ਇੱਕ ਬਲਦ ਹੈ ਜਿਸ ਦੇ ਸਿੰਘਾਂ ਦੇ ਉੱਪਰ ਧਰਤੀ ਚੁੱਕੀ ਹੋਈ ਹੈ, ਫਿਰ ਉਸ ਦੇ ਅੱਗੇ ਥੱਲੇ ਫੇਰ ਇੱਕ ਧਰਤੀ ਹੈ, ਫਿਰ ਉਹ ਬਲਦ ਨੇ ਚੱਕੀ ਹੋਈ ਹੈ। ਕੋਈ ਆਖਦਾ ਕੋਈ ਕੱਛੂ ਹੈ, ਕੱਛੂ ਦੇ ਸਿਰ ਤੇ ਧਰਤੀ ਦਾ ਭਾਰ ਹੈ। ਇਤਿਹਾਸਕ ਬੜੀਆਂ ਹੀ ਕਥਾ ਕਹਾਣੀਆਂ ਨੇ ਸੰਸਾਰ ਦੇ ਅੰਦਰ ਪ੍ਰਚਲਿਤ, ਪਰ ਅਸੀਂ ਭਰੋਸਾ ਕਰਨਾ ਗੁਰਬਾਣੀ ਤੇ, ਕਿਉਂਕਿ ਗੁਰਬਾਣੀ ਪਰਮੇਸ਼ਰ ਵੱਲੋਂ ਆਈ ਹੋਈ ਹੈ। ਪਰਮੇਸ਼ਰ ਦੇ ਕਹੇ ਹੋਏ ਬੋਲ ਸਦਾ ਹੀ ਸੱਚ ਹੁੰਦੇ ਨੇ, ਇਸ ਭਵ ਸਾਗਰ ਦੇ ਅੰਦਰ ਵੀ, ਸੁਖ ਸਾਗਰ ਦੇ ਅੰਦਰ ਵੀ। ਉਸ ਪੱਖ ਤੋਂ ਆਪਾਂ ਵੇਖਾਂਗੇ ਕਿ ਗੁਰਬਾਣੀ ਮੁਤਾਬਕ ਜਿਹੜਾ ਧੌਲ ਧਰਮ ਹੈ ਉਹ ਕੀ ਹੈ। ਧੌਲ ਧਰਮ ਹੁੰਦਾ ਸ਼ੁੱਧ ਗਿਆਨ, ਹੁਕਮ, ਜੋ ਇਸ ਧਰਤੀ ਨੂੰ ਆਪਣੀ ਪਕੜ ਦੇ ਵਿੱਚ ਲੈ ਕੇ ਖੜਾ ਹੈ। ਆਕਾਸ਼ ਹੈ, ਇਹ ਧਰਤੀਆਂ ਨੇ ਜਿੰਨੀਆਂ ਵੀ ਇਸ ਭਵਸਾਗਰ ਦੇ ਅੰਦਰ, ਸਾਰੀਆਂ ਹੀ ਹੁਕਮ ਦੇ ਅਨੁਸਾਰ ਚੱਲਦੀਆਂ ਹਨ। ਹੁਕਮ ਦੀ ਖਿੱਚ ਦੇ ਨਾਲ ਹੀ ਇਹ ਫੜੀਆਂ ਹੋਈਆਂ ਹਨ। ਸੋ ਧੌਲ ਬੈਲ ਜੋ ਕਿਹਾ ਗਿਆ ਉਹ ਅਸਲ ਵਿੱਚ ਹੁਕਮ ਹੀ ਹੈ। ਹੁਕਮ ਸ਼ੁੱਧ ਹੁੰਦਾ, ਚਿੱਟਾ ਹੁੰਦਾ। ਧੌਲ ਧਰਮ, ਧਰਮ ਹੁੰਦਾ ਗਿਆਨ, ਸ਼ੁੱਧ ਗਿਆਨ। ਗਿਆਨ ਹਮੇਸ਼ਾ ਹੀ ਚਿੱਟੇ ਰੰਗ ਦਾ ਪ੍ਰਤੀਕ ਹੈ। ਅਗਿਆਨਤਾ ਜਿਹੜੀ, ਭਰਮ ਹੈ ਜਿਹੜਾ, ਉਹ ਹਨੇਰੇ ਦਾ ਪ੍ਰਤੀਕ ਹੈ। ਸੋ ਪਰਮੇਸ਼ਰ ਨੇ ਗਿਆਨ ਦੇ ਨਾਲ ਇਹ ਸ੍ਰਿਸ਼ਟੀ ਰਚੀ, ਸਾਰਾ ਕੁਛ ਹੀ ਇਸ ਸ੍ਰਿਸ਼ਟੀ ਦੇ ਅੰਦਰ ਗਿਆਨ ਹੈ। ਸੋ ਗਿਆਨ ਦੇ ਨਾਲ ਹੀ ਆਕਾਸ਼ ਵਿੱਚ ਗ੍ਰਹਿ ਆਦਿ ਖੜੇ ਨੇ, ਹੁਕਮ ਨਾਲ ਹੀ ਖੜਾ ਸਾਰਾ ਕੁਛ, ਸੱਚ ਦੇ ਸਹਾਰੇ ਹੈ। ਸੋ ਅਸਲ ਵਿੱਚ ਦਰਅਸਲ ਗੱਲ ਤਾਂ ਇਹ ਸੀ ਕਿ ਜਿਹੜਾ ਧੌਲ ਹੈ ਉਹ ਹੁਕਮ ਹੈ, ਪਰ ਜਦੋਂ ਬ੍ਰਹਮ ਤੋਂ ਗੱਲ ਮਾਇਆ 'ਚ ਆ ਜਾਂਦੀ ਹੈ, ਸਰੀਰਾਂ 'ਤੇ ਆ ਜਾਂਦੀ ਹੈ, ਤਾਂ ਗੱਲ ਬਦਲ ਜਾਂਦੀ ਹੈ। ਸੋ ਜਿਹੜਾ ਗਿਆਨ ਹੈ ਉਹ ਹੌਲੀ ਹੌਲੀ ਆਉਂਦਾ, ਥੋੜਾ ਥੋੜਾ ਕਰਕੇ, ਇੱਕ ਲਖਤ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ ਗਿਆਨ। ਫਿਰ ਉਸ ਗਿਆਨ ਦੇ ਅੰਦਰੋਂ ਸਮਝ ਵੀ ਆਉਂਦੀ ਹੈ। ਇੱਕਦਮ ਕਿਸੇ ਚੀਜ਼ ਦਾ ਗਿਆਨ ਨਹੀਂ ਹੋ ਸਕਦਾ। ਸੋ ਗਿਆਨ ਦੇ ਚਰਨ ਹੁੰਦੇ ਆ, ਭਾਗ ਹੁੰਦੇ ਆ, ਹਿੱਸੇ ਹੁੰਦੇ ਆ। ਸੋ ਜਿੰਨਾ ਕੁ ਗਿਆਨ ਆਉਂਦਾ ਜਾਂਦਾ ਹੈ ਉਸ ਨੂੰ ਨਾਲ ਦੀ ਨਾਲ ਵੰਡਣਾ ਵੀ ਚਾਹੀਦਾ, ਕਿਉਂਕਿ ਵੰਡਿਆਂ ਦੇ ਵੱਧ ਹੈ, ਅਤੇ ਜੇ ਇਕੱਠਾ ਕਰਕੇ ਰੱਖੀ ਚੱਲੀਏ ਤਾਂ ਫਿਰ ਵੱਧਦਾ ਨਹੀਂ ਹੈ। ਸੋ ਉਸ ਦਾ ਹੰਕਾਰ ਹੋ ਜਾਂਦਾ ਕਿ ਮੇਰੇ ਕੋਲ ਤਾਂ ਬਹੁਤ ਗਿਆਨ ਹੈ, ਮੈਂ ਕਿਸੇ ਨੂੰ ਕਿਉਂ ਦੇਵਾਂ। ਜਦ ਕਿ ਗੁਰਮੁਖ ਨੇ ਜਿਹੜੇ ਉਹ ਕਦੇ ਲੁਕੋ ਕੇ ਨਹੀਂ ਰੱਖਦੇ, ਕਿਉਂਕਿ ਜਿਹੜਾ ਬ੍ਰਹਮ ਦਾ ਗਿਆਨ ਆ ਲੁਕੋਇਆ ਵੀ ਨਹੀਂ ਜਾ ਸਕਦਾ, ਕਿਉਂਕਿ ਉਹ ਪਰਮੇਸ਼ਰ ਵੱਲੋਂ ਆਉਂਦਾ। ਉਹ ਕਿਸੇ ਦਾ ਆਪਣਾ ਤਾਂ ਹੈ ਨਹੀਂ, ਨਾ ਹੀ ਕਿਸੇ ਦਾ ਉਸ ਦੇ ਉੱਪਰ ਕੋਈ ਦਾਅਵਾ ਹੈ। ਪਾਤਸ਼ਾਹ ਵੀ ਕਹਿੰਦੇ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ, ਸਗੋਂ ਵੱਧ ਹੈ। ਸੋ ਧੌਲ ਧਰਮ ਭਾਵ ਸ਼ੁੱਧ ਗਿਆਨ ਹੈ, ਜੋ ਮਨ ਨੂੰ ਮਾਇਆ ਚੋਂ ਬਾਹਰ ਕੱਢਣ ਵਾਲਾ, ਚਿੱਟੇ ਰੰਗ ਦਾ ਹੈ, ਤੇ ਕਾਲਾ ਰੰਗ ਹੁੰਦਾ ਭਰਮ ਦਾ ਪ੍ਰਤੀਕ। ਉਸੇ ਹੀ ਸ਼ੁੱਧ ਗਿਆਨ ਬਾ ਹੁਕਮ ਨਾਲ ਹੀ ਆ ਜਿੰਨੀ ਵੀ ਰਚਨਾ ਸਾਡੇ ਸਾਹਮਣੇ ਦਿਸਦੀ ਹੈ, ਇਹ ਉਸ ਪਰਮੇਸ਼ਰ ਨੇ ਰਚੀ ਹੈ। ਸੋ ਅਸੀਂ ਵੀ ਇਸ ਰਚਨਾ ਦੇ ਅੰਦਰੋਂ ਹੀ ਗਿਆਨ ਪ੍ਰਾਪਤ ਕਰਨਾ ਅਤੇ ਫਿਰ ਉਹਨੂੰ ਸਮਝਣਾ, ਸਮਝ ਕੇ ਵਿਚਾਰ ਕੇ ਆਪਣੇ ਮਨ ਨੂੰ ਮਾਇਆ ਚੋਂ ਬਾਹਰ ਲੈ ਕੇ ਜਾਣਾ। ਹੁਣ ਮਾਇਆ ਚੋਂ ਬਾਹਰ ਕਿਵੇਂ ਲੈ ਕੇ ਜਾਣਾ? ਭਾਵ ਕਿ ਮਾਇਆ ਹੈ ਨਾ ਜਿਹੜੀ, ਜੋ ਦਿਸੈ ਸੋ ਮਾਇਆ,
ਜੋ ਕੁਝ ਵੀ ਸਾਨੂੰ ਦ੍ਰਿਸ਼ਟਮਾਨ ਹੋ ਰਿਹਾ ਹੈ ਮਾਇਆ ਹੀ ਹੈ। ਇਹਨੂੰ ਵਰਤਣ ਦਾ ਤਰੀਕਾ ਸਾਨੂੰ ਆ ਜਾਂਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਵਰਤਣ ਦਾ ਤਰੀਕਾ ਸਹੀ ਸਿੱਖ ਲਈਏ ਤਾਂ ਅਸੀਂ ਵੀ ਸੌਖੇ ਰਹਿੰਦੇ ਹਾਂ। ਜਿਵੇਂ ਸਾਡੇ ਕੋਲ ਅੱਗ ਹੈ, ਜੇ ਹੁਣ ਸਾਨੂੰ ਅੱਗ ਨੂੰ ਸਹੀ ਤਰੀਕੇ ਨਾਲ ਵਰਤਣਾ ਆਉਂਦਾ ਹੈ ਤਾਂ ਅਸੀਂ ਅੱਗ ਤੋਂ ਰੋਟੀਆਂ ਬਣਾ ਸਕਦੇ ਹਾਂ, ਬੜਾ ਕੁਝ ਚੱਲਦਾ ਅੱਗ ਦੇ ਨਾਲ। ਪਰ ਜੇ ਤਰੀਕਾ ਹੀ ਗਲਤ ਹੋਵੇ ਤਾਂ ਫਿਰ ਅਸੀਂ ਸਾਰਾ ਕੁਝ ਹੀ ਸਾੜ ਦਿਆਂਗੇ। ਇਸੇ ਤਰ੍ਹਾਂ ਗੁਰਮੁਖ ਨੂੰ ਸੋਝੀ ਆਉਂਦੀ ਹੈ ਜਿਹੜੀ ਮਾਇਆ ਹੈ, ਉਹਨੂੰ ਵਰਤਣ ਦੀ। ਰਹਿੰਦਾ ਉਹ ਵੀ ਇਸੇ ਭਾਵ ਸਾਗਰ ਦੇ ਵਿੱਚ ਹੀ ਹੈ, ਪਰ ਉਹ ਮਾਇਆ ਨੂੰ ਵਰਤ ਕੇ ਆਪ ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਆਪ ਆਪਣਾ ਜੀਵਨ ਜਿੱਤ ਜਾਂਦਾ ਹੈ। ਸੋ ਸਮਝ ਸਮਝ ਕੇ ਵਿਚਾਰ ਵਿਚਾਰ ਕੇ ਮਨ ਨੂੰ ਮਾਇਆ ਤੋਂ ਬਾਹਰ ਲਿਆਉਣਾ। ਸੋ ਗਿਆਨ ਹੈ ਜਿਹੜਾ ਹਮੇਸ਼ਾ ਹੀ ਬੜੀ ਹੀ ਬਰੀਕੀ ਦੇ ਨਾਲ ਆਉਂਦਾ ਹੈ, ਹੌਲੀ ਹੌਲੀ ਆਉਂਦਾ ਹੈ। ਸੋ ਜਿੰਨਾ ਆਈ ਜਾਂਦਾ ਉਹਦੀ ਗਾਂ ਆਪ ਵੀ ਵਿਚਾਰ ਕਰਨੀ ਹੈ, ਅਗਾਂਹ ਵੀ ਕਿਸੇ ਨਾਲ ਵਿਚਾਰ ਕਰਨੀ ਹੈ। ਆਦਾਨ ਪ੍ਰਦਾਨ ਹੁੰਦਾ ਰਹਿਣਾ ਚਾਹੀਦਾ। ਸੋ ਜਿੰਨੀ ਕੁ ਸੋਝੀ ਬਖਸ਼ਦਾ ਹੈ ਗੁਰ, ਉਹ ਵੀ ਗੁਰ ਦੀ ਕਿਰਪਾ ਹੀ ਹੁੰਦੀ ਹੈ, ਆਪਣੀ ਕਿਰਪਾ ਨਾਲ ਤਾਂ ਨਹੀਂ ਸੋਝੀ ਆਉਂਦੀ। ਸੋ ਉਹਨੂੰ ਵਰਤਣਾ ਵੀ ਚਾਹੀਦਾ। ਤਾਂ ਹੀ ਪਾਤਸ਼ਾਹ ਨੇ ਆਖਿਆ ਧੌਲ ਧਰਮ। ਇੱਕ ਧਰਮ ਹੈ, ਇੱਕ ਸੱਚ ਹੈ, ਇਹਦੇ ਅੰਦਰੋਂ ਇੱਕ ਚੀਜ਼ ਪੈਦਾ ਹੁੰਦੀ ਹੈ, ਦਇਆ ਕਾ ਪੂਤ। ਜਿਹੜਾ ਦਇਆ ਦਾ ਪੂਤ ਹੈ ਇਹ ਕੀ ਹੈ? ਜਿਹੜਾ ਗਿਆਨ ਸਾਨੂੰ ਬ੍ਰਹਮ ਦਾ ਆਉਣਾ, ਉਹਦੇ ਅੰਦਰੋਂ ਦਇਆ ਪੈਦਾ ਹੁੰਦੀ ਹੈ। ਦਇਆ ਦਾ ਪੂਤ ਹੁੰਦਾ ਕਿ ਜਿੰਨੀ ਕੁ ਸੋਝੀ ਆਪ ਨੂੰ ਆਈ ਹੈ ਉਹ ਕਿਸੇ ਨਾਲ ਸਾਂਝੀ ਵੀ ਕਰਨੀ ਹੈ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ। ਗੁਣਾ ਦੀ ਸਾਂਝ ਕਰਨੀ ਕਿ ਇਹ ਮੇਰੇ ਮਨਾ ਜਾਂ ਕੋਈ ਹੋਰ ਨਾਲ ਮਿੱਤਰ ਪਿਆਰਾ ਬੈਠਾ ਹੈ ਉਸ ਨਾਲ ਵੀ, ਕਿ ਆਪਣੇ ਕੋਲ ਬੜਾ ਕੀਮਤੀ ਸਮਾਂ, ਗੁਰਬਾਣੀ ਆਪਾਂ ਨੂੰ ਇਸ ਤਰ੍ਹਾਂ ਆਖ ਰਹੀ ਹੈ, ਆਪਾਂ ਗੁਰਬਾਣੀ ਦੀ ਗੱਲ ਨੂੰ ਯਕੀਨ ਕਰੀਏ, ਭਰੋਸਾ ਕਰੀਏ ਤੇ ਮੰਨੀਏ, ਤਾਂ ਹੀ ਆਪਣੇ ਉੱਪਰ ਬਖਸ਼ਿਸ਼ ਹੋਵੇਗੀ। ਜੇ ਹੁਣ ਆਪਾਂ ਗੁਰਬਾਣੀ ਦੀ ਗੱਲ ਨਹੀਂ ਮੰਨਾਂਗੇ ਤੇ ਫਿਰ ਬਖਸ਼ਿਸ਼ ਕਿਵੇਂ ਹੋਵੇਗੀ, ਕਿਵੇਂ ਪ੍ਰਾਪਤੀ ਦਾ ਸਾਧਨ ਬਣੇਗਾ? ਸੋ ਇਹੀ ਗਿਆਨ ਦਇਆ ਦਾ ਪੁੱਤਰ ਹੈ, ਭਾਵ ਕਿਸੇ ਜੀ ਮਨ ਉੱਪਰ ਦਇਆ ਕਰਨੀ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਹੁਣ ਸਾਡੇ ਇੱਥੇ ਵੀ ਥੋੜ੍ਹਾ ਜਿਹਾ ਫਰਕ ਪਾਤਾ, ਪਹਿਲਾਂ ਪੰਡਤ ਨੇ ਪਾਇਆ ਸੀ, ਹੁਣ ਸਿੱਖ ਮੱਤ ਦੇ ਅੰਦਰ ਵੀ ਆ ਗਿਆ। ਜਿਹੜਾ ਪੁੰਨ ਦਾਨ ਹੈ ਉਹ ਜੀ ਤੇ ਕਰਨਾ, ਜਿਹੜਾ ਦਾਨ ਕਰਨਾ ਉਹ ਜੀ ਵਾਸਤੇ ਕਰਨਾ, ਨਾ ਕਿ ਜਾਤ ਵਾਸਤੇ। ਹੁਣ ਜਿਹੜਾ ਜਾਤ ਹੈ, ਬਾਹਰਲਾ ਸਰੀਰ ਹੈ, ਇਹਦੇ ਵਾਸਤੇ ਤਾਂ ਜੋ ਕੁਝ ਵੀ ਦੇਣਾ ਉਹ ਪਰਮੇਸ਼ਰ ਨੇ ਦੇਣਾ ਹੀ ਦੇਣਾ, ਉਹ ਉਹਦੇ ਵੱਲੋਂ ਆ ਹੀ ਰਿਹਾ। ਜੇ ਉਹ ਸਾਨੂੰ ਵੀ ਪ੍ਰੇਰ ਦਿੰਦਾ ਵੀ ਜਾ ਫਲਾਣੇ ਨੂੰ ਜਾ ਕੇ ਰੋਟੀ ਦੇ ਆ, ਜਾਂ ਫਲਾਣੇ ਨੂੰ ਕੱਪੜਾ ਦੇ ਆ, ਜਾਂ ਫਲਾਣੇ ਨੂੰ ਕੁਝ ਹੋਰ ਦੇ ਦੇ, ਪੈਸੇ ਦੇ ਦੇ, ਤਾਂ ਉਹ ਦਾਨ ਨਹੀਂ ਹੈ। ਉਹਨੂੰ ਅਸੀਂ ਦਾਨ ਜ਼ਰੂਰ ਮੰਨ ਲਿਆ, ਪਰ ਉਹ ਸੱਚਖੰਡ ਦੀ ਦ੍ਰਿਸ਼ਟੀ ਤੋਂ ਦਾਨ ਨਹੀਂ ਹੈ। ਉਹ ਤਾਂ ਪਰਮੇਸ਼ਰ ਦੀ ਚੀਜ਼ ਹੈ। ਪਰਮੇਸ਼ਰ ਨੇ ਕਿਹਾ ਵੀ ਚੱਕ ਕੇ ਦੇ ਆ। ਪਰਮੇਸ਼ਰ ਨੇ ਆਪਣਾ ਕੰਮ ਸਾਤੋਂ ਲੈ ਰਿਹਾ, ਉਹਦੇ ਵਿੱਚ ਸਾਨੂੰ ਸਗੋਂ ਖੁਸ਼ੀ ਹੋਣੀ ਚਾਹੀਦੀ ਹੈ ਵੀ ਅਸੀਂ ਪਰਮੇਸ਼ਰ ਦਾ ਕੰਮ ਹੈ ਜਿਹੜਾ ਉਹ ਖੁਸ਼ ਹੋ ਕੇ ਕਰੀਏ, ਕਿ ਸਾਨੂੰ ਪ੍ਰੇਰਣਾ ਦਿੱਤੀ ਪਰਮੇਸ਼ਰ ਨੇ, ਅਸੀਂ ਇਹਨੂੰ ਕਿਹਾ ਵੀ ਆ ਲੈ ਭਾਈ ਆ ਵਸਤੂ ਤੇਰੀ ਹੈ। ਜੇ ਅਲੱਗ ਹੈ ਵੀ ਤੂੰ ਮੈਨੂੰ ਦਾਨ ਦਿੱਤਾ, ਨਹੀਂ ਵੀ ਦਾਨ ਨਹੀਂ ਦਿੱਤਾ, ਇਹ ਪਰਮੇਸ਼ਰ ਵੱਲੋਂ ਹੈ, ਤੇਰੇ ਵਾਸਤੇ ਹੈ। ਪਰਮੇਸ਼ਰ ਨੇ ਡਿਊਟੀ ਮੇਰੀ ਲਾਤੀ ਵੀ ਤੈਨੂੰ ਦਿਆ, ਮੈਂ ਇਹਨਾਂ ਦਿੰਦਾ ਕੋਈ ਹੋਰ ਦੇ ਜਾਂਦਾ, ਇਹ ਉਹਦੀ ਮਰਜ਼ੀ ਹੈ ਜਿਵੇਂ ਉਹ ਚਲਾ ਰਿਹਾ। ਜਿਹੜਾ ਦਾਨ ਸ਼ਬਦ ਹੈ ਇਹ ਬਹੁਤ ਕੀਮਤੀ ਸ਼ਬਦ ਹੈ। ਸੋ ਪਾਤਸ਼ਾਹ ਜਿਵੇਂ ਪਹਿਲਾਂ ਆਪਾਂ ਇੱਕ ਵਚਨ ਵਿਚਾਰਿਆ ਸੀ ਵੀ ਜੇ ਕੋ ਕਹੇ ਕਰੇ ਵਿਚਾਰ, ਵੀ ਸਾਨੂੰ ਜੋ ਕੋਈ ਵੀ ਕੁਝ ਕਹਿ ਦਿੰਦਾ ਅਸੀਂ ਉਹੀ ਗੱਲਾਂ ਨੂੰ ਮੰਨ ਲੈਂਦੇ ਹਾਂ। ਖਾਸ ਕਰਕੇ ਧਰਮ ਦੇ ਖੇਤਰ ਦੇ ਅੰਦਰ, ਧਰਮ ਦੇ ਖੇਤਰ ਦੇ ਅੰਦਰ ਅਸੀਂ ਕਿਸੇ ਗੱਲ ਦੀ ਵਿਚਾਰ ਨਹੀਂ ਕਰਦੇ। ਜਦ ਅਸੀਂ ਸੰਸਾਰਿਕ ਦੇ ਚੱਕਰ 'ਚ ਵਿਚਰਦੇ ਹਾਂ, ਸੰਸਾਰੀ ਸਰਕਲ ਦੇ ਅੰਦਰ ਅਸੀਂ ਹਰ ਇੱਕ ਗੱਲ ਦੀ ਵਿਚਾਰ ਕਰਦੇ ਹਾਂ। ਜੋ ਅਸੀਂ ਸੰਸਾਰ 'ਚ ਲੈਣ ਦੇਣ ਕਰਦੇ ਹਾਂ ਉਹ ਤਾਂ ਮਿੰਟ ਮਿੰਟ ਤੋਂ ਬਾਅਦ ਵਿਚਾਰ ਕਰਦੇ ਹਾਂ। ਪਰ ਜਦੋਂ ਅਸੀਂ ਧਾਰਮਿਕ ਖੇਤਰ ਵਿੱਚ ਆਉਂਦੇ ਹਾਂ, ਇੱਥੇ ਅਸੀਂ ਵਿਚਾਰ ਨਹੀਂ ਕਰਦੇ, ਅਸੀਂ ਇਹਨੂੰ ਬਲਾਈਂਡ ਫੇਥ ਹੋ ਕੇ ਮੰਨਦੇ ਹਾਂ ਕਿ ਜੀ ਠੀਕ ਹੈ, ਇਹਨਾਂ ਨੇ ਕਿਹਾ, ਇਹਨਾਂ ਨੂੰ ਸਾਰੀ ਸੋਝੀ ਹੋਣੀ ਹੈ। ਪਰ ਜਦ ਕਿ ਸਾਡੇ ਕੋਲ ਸਵੈਮ ਗੁਰਬਾਣੀ ਹੈ,
ਜਾਂ ਤਾਂ ਇਹ ਵਸਤੂ ਸਾਡੇ ਕੋਲ ਕੋਈ ਨਾ ਹੁੰਦੀ ਫਿਰ ਤਾਂ ਅਸੀਂ ਮੰਨਦੇ ਵੀ। ਜਦੋਂ ਗੁਰਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰ ਸਮਝਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਵੀ ਗੁਰਬਾਣੀ ਕਿਹੜੇ ਦਾਨ ਦੀ ਗੱਲ ਕਰਦੀ ਹੈ। ਹੁਣ ਇੱਥੇ ਪਾਤਸ਼ਾਹ ਨੇ ਸਿੱਧਾ ਹੀ ਬਚਨ ਲਿਖਿਆ ਕਿ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਹੁਣ ਦਇਆ ਜਿਹੜੀ ਕਰਨੀ ਆ ਉਹ ਜੀ ਤੇ ਕਰਨੀ ਹੈ। ਹੁਣ ਜੀ ਹੈ ਜਿਹੜਾ ਉਹ ਚੇਤਨ ਹੈ, ਜੜ ਤਾਂ ਹੈ ਨਹੀਂ। ਹੁਣ ਜੀ ਦਇਆ ਪ੍ਰਵਾਨ ਕਿਵੇਂ ਹੁੰਦੀ ਹੈ ਕਿ ਮਨ ਨੂੰ, ਜਿਹੜੀ ਸਾਡੀ ਆਤਮਾ ਹੈ, ਉਹਨੂੰ ਉਹਦਾ ਹੀ ਗਿਆਨ ਕਰਵਾਉਣਾ, ਇਹ ਹੈ ਦਾਨ। ਹੁਣ ਇਹਦੇ ਨਾਲ ਸ਼ਬਦ ਲੱਗਿਆ ਪੁੰਨ, ਪੁੰਨ ਦਾਨ। ਪੁੰਨ ਹੈ ਜਿਹੜਾ ਕਿਸੇ ਦੇ ਮਨ ਨੂੰ ਹੁਕਮ ਦੀ ਜਾਣਕਾਰੀ ਦੇ ਦੇਣੀ। ਪੁੰਨ ਹੁੰਦਾ ਹੁਕਮ, ਪਰਮੇਸ਼ਰ ਦਾ ਪਾਣਾ, ਉਹਦੀ ਰਜ਼ਾ, ਇਹ ਪੁੰਨ ਹੈ ਸੱਚਖੰਡ ਦੀ ਦ੍ਰਿਸ਼ਟੀ ਤੋਂ। ਸਾਡੇ ਸੰਸਾਰ ਦੀ ਦ੍ਰਿਸ਼ਟੀ ਤੋਂ ਪੁੰਨ ਹੋਰ ਹੈ, ਉਹਦੀ ਤਾਂ ਸਾਨੂੰ ਸੋਝੀ ਹੈ। ਜੋ ਸੰਸਾਰੀ ਦ੍ਰਿਸ਼ਟੀਕੋਣ ਤੋਂ ਜਾਤ ਦੇ ਲੈਵਲ ਤੇ ਪੁੰਨ ਹੁੰਦਾ ਹੈ, ਪਰ ਜਿਹੜਾ ਜੋਤ ਦੇ ਆਧਾਰ ਤੇ ਪੁੰਨ ਹੁੰਦਾ ਹੈ, ਜੋਤ ਦੇ ਲੈਵਲ ਤੇ ਪੁੰਨ ਹੈ, ਉਹਦੀ ਸਾਨੂੰ ਸੋਝੀ ਨਹੀਂ ਹੈ। ਜਦ ਕਿ ਉਹ ਹੋਣਾ ਬਹੁਤ ਜ਼ਰੂਰੀ ਹੈ। ਉਹ ਤੋਂ ਬਿਨਾਂ ਜੋਤ ਨੂੰ ਦਾਖਲ ਨਹੀਂ ਉਹਨਾਂ ਨੇ ਹੋਣ ਦੇਣਾ ਅੰਦਰ। ਸੋ ਦਇਆ ਜਾਣੇ ਜੀ ਕੀ, ਦਇਆ ਕਾ ਪੂਤ, ਕਿ ਕਿਸੇ ਨੂੰ ਦਾ ਗਿਆਨ ਕਰ। ਜਿਵੇਂ ਪਾਤਸ਼ਾਹ ਕਰਾਉਂਦੇ ਆ, ਮਨ ਤੂੰ ਜੋਤ ਸਰੂਪ ਹੈ, ਵੀ ਤੂੰ ਹੀ ਭਾਈ ਜੋਤ ਸਰੂਪ ਹੈ। ਆਤਮ ਚੀਨ ਪ੍ਰਾਤਮ ਸੋਈ, ਵੀ ਤੂੰ ਆਪਣੇ ਆਪ ਨੂੰ ਖੋਜ, ਆਪਣੇ ਆਪ ਨੂੰ ਵਿਚਾਰ, ਵੀ ਤੂੰ ਹੀ ਸਭ ਕੁਝ ਹੈ। ਪਰ ਜੇ ਤੂੰ ਆਪਣੀ ਆਪ ਦੀ ਖੋਜ ਹੀ ਨਹੀਂ ਕਰੇਗਾ, ਫਿਰ ਤੂੰ ਅੱਗੇ ਕਿਵੇਂ ਵਧੇਗਾ? ਫਿਰ ਤੂੰ ਅੱਗੇ ਨਹੀਂ ਵਧ ਸਕਦਾ, ਫਿਰ ਤੂੰ ਰੁਕ ਜਾਏਗਾ। ਫਿਰ ਤੇਰਾ ਜਿਹੜਾ ਜੀਵਨ ਹੈ ਉਹ ਵਿਅਰਥ ਚਲੇ ਜਾਵੇਗਾ। ਸੋ ਇਸ ਪੰਕਤੀ ਦਾ ਭਾਵ ਹੀ ਕੁਝ ਹੋਰ ਬਣਾ ਲਿਆ ਸੀ, ਜਦ ਕਿ ਇਹਦਾ ਅਸਲ ਭਾਵ ਸੀ ਕਿ ਆਤਮਾ ਦੀ ਖੁਰਾਕ ਦੇਣੀ, ਜਿਹੜਾ ਸੁਗਿਆਨ ਹੈ। ਸੋ ਪੰਡਤ ਨੇ ਇਹਨੂੰ ਉਲਟ ਬਣਾ ਲਿਆ ਕਿ ਜੀ ਤੁਸੀਂ ਦਾਨ ਕਰੋ, ਜਗ ਕਰੋ ਇਤਿਆਦ। ਉਸ ਵੇਲੇ ਜਗ ਸ਼ਬਦ ਸੀ, ਹੁਣ ਲੰਗਰ ਸ਼ਬਦ ਪ੍ਰਚਲਿਤ ਕਰਤਾ, ਜਦ ਕਿ ਗੁਰਬਾਣੀ ਅਨੁਸਾਰ ਰੋਟੀ ਪ੍ਰਸ਼ਾਦਾ ਦਾਲਾਂ ਸਬਜ਼ੀਆਂ ਇਹ ਲੰਗਰ ਨਹੀਂ ਹੈ। ਗੁਰਬਾਣੀ 'ਚ ਇਹਨਾਂ ਨੂੰ ਰਸੋਈ ਆਖਿਆ। ਘਰ ਰਸੋਈ ਤੇਰੀ ਹੈ ਕਿ ਉਹ ਮੈਦਾ ਖਾਣ। ਲੰਗਰ ਹੈ ਗੁਰ ਸ਼ਬਦ, ਅੰਤਰਾਤਮਾ ਦੀ ਖੁਰਾਕ। ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨਾ ਆਵੇ ਖੱਟੀ। ਉਹਦੇ ਵਿੱਚ ਤਾਂ ਕਦੇ ਟੋਟ ਹੀ ਨਹੀਂ ਆਉਂਦੀ, ਉਹ ਤਾਂ ਲਗਾਤਾਰ ਆਉਂਦਾ। ਸਾਹਿਬ ਮੇਰਾ ਨੀਤ ਨਵਾਂ, ਧੁਰ ਕੀ ਬਾਣੀ ਆਈ। ਧੁਰ ਕੀ ਬਾਣੀ ਲੰਗਰ ਹੈ, ਪਰ ਸਾਡੇ ਪ੍ਰਚਲਿਤ ਕੁਛ ਹੋਰ ਹੋ ਗਿਆ। ਸੋ ਜੇ ਕੋ ਕਹਿ ਕਰਿਆ ਵਿਚਾਰ ਵਾਲੀ ਗੱਲ ਨੂੰ ਅਸੀਂ ਵਿਚਾਰਿਆ ਹੀ ਨਹੀਂ, ਅਸੀਂ ਹਰ ਇੱਕ ਗੱਲ ਦੀ ਨੂੰ ਉਵੇਂ ਮੰਨੀ ਗਏ। ਸੋ ਅੱਜ ਸਾਡੇ ਕੋਲ ਫਿਰ ਪ੍ਰਗਾਸ ਵੀ ਹੈ ਨਹੀਂ, ਸੋਝੀ ਵੀ ਹੈ ਨਹੀਂ। ਸੋ ਪਾਤਸ਼ਾਹ ਨੇ ਕਿਹਾ ਵੀ ਗਿਆਨ ਵੱਧ ਤੋਂ ਵੱਧ ਤੁਸੀਂ ਪ੍ਰਾਪਤ ਕਰੋ ਤੇ ਫਿਰ ਉਹਨੂੰ ਵੰਡੋ। ਤੇ ਜਿਹੜਾ ਪੰਡਤ ਹੈ ਉਹ ਗੱਲ ਸਰੀਰ ਦੇ ਲੈਵਲ ਤੇ ਲੈ ਲੈਂਦਾ, ਤੇ ਸਰੀਰ ਦੇ ਲੈਵਲ ਤੇ ਲੈ ਕੇ ਫਿਰ ਜਦੋਂ ਧਰਮ ਨੂੰ ਸਰੀਰ ਤੇ ਲਿਆਂਦਾ ਜਾਂਦਾ ਤਾਂ ਉਹਦੇ ਵਿੱਚੋਂ ਇੱਕ ਬਹੁਤ ਵੱਡਾ ਬੈਨੀਫਿਟ ਹੁੰਦਾ। ਜਦੋਂ ਧਰਮ ਸਰੀਰ ਤੇ ਆ ਜਾਂਦਾ ਫਿਰ ਬਹੁਤ ਲਾਭ ਹੁੰਦਾ। ਜਦੋਂ ਧਰਮ ਜੋਤ ਤੇ ਚਲਾ ਜਾਂਦਾ ਤਾਂ ਸੰਸਾਰ 'ਚ ਨੁਕਸਾਨ ਹੁੰਦਾ। ਸੱਚੇ ਦੀ ਦਰਗਾਹ ਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ, ਬਹੁਤ ਜ਼ਿਆਦਾ ਵਾਧਾ ਹੁੰਦਾ। ਇਹ ਗੱਲ ਹੈ ਮੇਰੇ ਮਨਾਂ ਆਪਣੇ ਲੜ ਬਣ ਕੇ ਰੱਖੀ, ਕਿਉਂਕਿ ਜਦੋਂ ਧਰਮ ਸਰੀਰ ਤੇ ਆਉਂਦਾ, ਸਰੀਰ ਨਾਲ ਸੰਬੰਧਿਤ ਗੱਲਾਂ ਚੱਲਦੀਆਂ ਨੇ, ਤਾਂ ਇਹਦੇ ਵਿੱਚੋਂ ਪੈਸਾ ਮਾਇਆ ਬਹੁਤ ਜ਼ਿਆਦਾ ਇਕੱਠੀ ਕੀਤੀ ਜਾ ਸਕਦੀ ਹੈ, ਹੱਦ ਤੋਂ ਵੱਧ ਕੇ ਕੀਤੀ ਜਾਂਦੀ ਹੈ। ਇਸੇ ਕਰਕੇ ਸੰਸਾਰੀ ਧਾਰਮਿਕ ਲੋਕ ਨੇ ਜਿਹੜੇ ਬਹੁਤ ਅਮੀਰ ਨੇ, ਸਭ ਤੋਂ ਵੱਧ ਅਮੀਰ ਉਹ ਨੇ। ਉਹਨੇ ਸੰਸਾਰੀ ਲੋਕ ਵੀ ਅਮੀਰ ਨਹੀਂ ਹੈ ਜਿੰਨੇ ਕਿ ਧਾਰਮਿਕ ਲੋਕ ਅਮੀਰ ਹੈ ਸੰਸਾਰੀ ਤੌਰ ਤੇ। ਨਾਮ ਵਾਲੇ ਪਾਸਿਓਂ ਬਿਲਕੁਲ ਨਿਰਧਨ ਨੇ, ਪਰ ਜਿਹੜਾ ਗੁਰਮੁਖ ਹੈ ਉਹ ਨਾਮ ਧਨ ਦੇ ਵਿੱਚੋਂ ਬਹੁਤ ਅਮੀਰ ਹੈ। ਸੰਸਾਰੀ ਗਰੀਬੀ ਹੈ, ਔਰ ਨਾ ਹੀ ਉਹਨੂੰ ਸੰਸਾਰੀ ਮਾਇਆ ਦੀ ਕੋਈ ਐਡੀ ਜ਼ਰੂਰਤ ਹੁੰਦੀ ਹੈ। ਉਹ ਬੜੀ ਸਿੰਪਲ ਲਾਈਫ ਗੁਜ਼ਾਰਦਾ ਸੰਸਾਰ ਦੇ ਅੰਦਰ। ਉਹਨੂੰ ਪਤਾ ਹੈ ਕਿ ਮੈਂ ਕਿਸੇ ਨੂੰ ਉਪਦੇਸ਼ ਦੇਣਾ ਹੈ, ਕਿ ਜੇ ਮੈਂ ਆਪ ਹੀ ਐਡੇ ਸੁੱਖ ਸਹੂਲਤਾਂ 'ਚ ਹੋਇਆ ਤਾਂ ਮੈਂ ਕਿਸੇ ਨੂੰ ਕੀ ਉਪਦੇਸ਼ ਦਊਂਗਾ। ਅੱਲਾ ਮੇਰੇ ਤੇ ਅਟੈਕ ਕਰ ਸਕਦਾ।
ਸੋ ਪਾਤਸ਼ਾਹ ਨੇ ਆਖਿਆ ਸੀ ਵੀ ਇਸ ਗਿਆਨ ਨੂੰ ਤੁਸੀਂ ਵੱਧ ਤੋਂ ਵੱਧ ਆਪ ਪ੍ਰਾਪਤ ਕਰੋ, ਫਿਰ ਦੂਸਰਿਆਂ ਨੂੰ ਵੀ ਦਿਓ। ਇਸ ਗਿਆਨ ਨੂੰ ਕਦੇ ਵੀ ਧੰਦੇ 'ਚ ਨਾ ਸ਼ਾਮਲ ਕਰ ਲਿਓ, ਕਦੇ ਇਹਨੂੰ ਕਮਾਈ ਦਾ ਸਾਧਨ ਨਾ ਬਣਾ ਲਿਓ। ਜਿੱਦਣ ਤੁਸੀਂ ਇਹਨੂੰ ਕਮਾਈ ਦਾ ਸਾਧਨ ਬਣਾ ਲਿਆ ਤਾਂ ਫਿਰ ਸੰਸਾਰ ਦੀ ਤੌਰ ਤੇ ਮਾਇਆ ਬਹੁਤ ਜ਼ਿਆਦਾ ਆ ਜਾਊਗੀ, ਅਸਲ ਚੀਜ਼ ਤੁਹਾਡੇ ਕੋਲ ਨਹੀਂ ਆਉਣੀ ਹੈਗੀ। ਸੋ ਉਹੀ ਕੁਛ ਹੁਣ ਸਾਡੇ ਵੀ ਸਿੱਖ ਮੱਤ ਵਿੱਚ ਵੀ ਚੱਲ ਪਿਆ। ਸਾਰੀ ਗੱਲ ਆਤਮਾ ਦੀ ਸਰੀਰ ਤੇ ਲਿਆਂਦੀ। ਸੋ ਸੱਚ ਦੇ ਸਿਰ ਤੇ ਖੜੀ ਹੈ ਧਰਤੀ ਆਕਾਸ਼, ਸੱਚ ਹੈ ਪਰਮੇਸ਼ਰ। ਪਰਮੇਸ਼ਰ ਕੀ ਹੈ? ਗਿਆਨ ਸਰੂਪ। ਰਚਨਾ ਤਾਂ ਰਚੀ ਹੋਈ ਹੈ, ਪਰ ਦਇਆ ਉਹਨੇ ਸਾਡੇ ਤੇ ਕੀਤੀ ਹੈ। ਦਇਆ ਕਾ ਪੂਤ ਕੀ ਹੈ? ਸਾਡੇ ਵਾਸਤੇ ਵੀ ਉਹਨੇ ਗਿਆਨ ਦਿੱਤਾ ਹੈ। ਹੁਣ ਸਾਡੇ ਲਈ ਗਿਆਨ ਕੀ ਦਿੱਤਾ? ਅੱਖਰੀ ਗਿਆਨ, ਅੱਖਰਾਂ ਦੇ ਵਿੱਚ ਦਿੱਤਾ, ਸ਼ਬਦਾਂ 'ਚ ਦਿੱਤਾ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰ ਵਿੱਚ ਦਿੱਤਾ, ਕਿਉਂਕਿ ਸਾਡੇ ਕੋਲ ਗਿਆਨ ਇੰਦਰੀ ਹੈ। ਤੇ ਜਿਹੜੀਆਂ ਦੂਸਰੀਆਂ ਜੋਨੀਆਂ ਨੇ ਉਹਨਾਂ ਦੇ ਵਿੱਚੋਂ ਸ਼ਬਦ ਗੁਰੂ ਸਿੱਧਾ ਉਹਨਾਂ ਨੂੰ ਲਈ ਆਉਂਦਾ। ਇੱਥੇ ਆ ਕੇ ਸਾਡਾ ਜਿਹੜਾ ਬੌਧਿਕ ਬਲ ਹੈ ਉਹ ਵੱਧਦਾ ਹੈ, ਸਾਡੇ ਕੋਲ ਸਮਝ ਵੀ ਹੈ, ਮਨ ਵੀ ਹੈ। ਤੇ ਸਾਡੇ ਤੇ ਉਹਨੇ ਦਇਆ ਕੀਤੀ। ਅਸੀਂ ਤਾਂ ਗਲਤੀ ਕੀਤੀ, ਤਾਂ ਹੀ ਸਾਨੂੰ ਸੱਚਖੰਡ ਚੋਂ ਬਾਹਰ ਕੱਢਿਆ ਨਾ। ਸਾਡੇ 'ਚ ਭਰਮ ਪੈਦਾ ਹੋਇਆ, ਅਸੀਂ ਆਪਣੇ ਆਪ ਨੂੰ ਵੱਡੇ ਕਹਾਉਣ ਲੱਗੇ। ਉਸ ਸੱਚਖੰਡ ਦਾ ਜਿਹੜਾ ਸੁਗਿਆਨ ਹੈ, ਹੁਕਮ ਹੈ, ਉਹਦੇ ਨਾਲ ਆਪਣਾ ਗਿਆਨ ਟਕਰਾਉਣ ਲੱਗ ਪਏ। ਠੀਕ ਹੈ, ਇਹ ਗੱਲ ਠੀਕ ਹੈ ਕਿ ਪਾਣੀ ਦੇ ਵਿੱਚ ਵੀ ਉਹੀ ਗੁਣ ਨੇ ਤੇ ਇੱਕ ਪਾਣੀ ਦੀ ਬੂੰਦ ਵਿੱਚ ਵੀ ਉਹੀ ਗੁਣ ਨੇ। ਸਮੁੰਦਰ ਵਿੱਚ ਵੀ ਉਹੀ ਗੁਣ ਹੈ, ਉਹ ਵੀ ਸਾਰਾ ਪਾਣੀ ਹੋਈ ਹੈ। ਪਾਣੀ ਦੀ ਇੱਕ ਬੂੰਦ 'ਚ ਵੀ ਉਹੀ ਗੁਣ ਹੈ, ਪਰ ਪਾਣੀ ਦੀ ਬੂੰਦ ਸਮੁੰਦਰ ਨੂੰ ਨਹੀਂ ਰੋਕ ਸਕਦੀ। ਇਸੇ ਤਰ੍ਹਾਂ ਸਾਡੀ ਜੋਤ ਦੇ ਅੰਦਰ ਵੀ ਉਹੀ ਗੁਣ ਹੈਗੇ ਪਰਮੇਸ਼ਰ ਵਾਲੇ, ਪਰ ਅਸੀਂ ਪਰਮੇਸ਼ਰ ਦਾ ਮੁਕਾਬਲਾ ਨਹੀਂ ਕਰ ਸਕਦੇ ਇਕੱਲੇ। ਪਰ ਜਦੋਂ ਸਾਡੀ ਜੋਤ ਉਹਨਾਂ ਨਾਲ ਰਲ ਜਵੇ, ਫਿਰ ਅਸੀਂ ਇਕੱਲੇ ਨਹੀਂ ਰਹਾਂਗੇ, ਫਿਰ ਅਸੀਂ ਇੱਕ ਹੋ ਜਾਵਾਂਗੇ। ਇਹੀ ਕੁਝ ਅਸੀਂ ਕਰਨਾ ਆ। ਜਾ ਯੁੱਗ ਮੈਂ ਇੱਕ ਇੱਕ ਹੋ ਆਇਆ, ਇੱਕ ਹੋਣ ਵਾਸਤੇ ਅਸੀਂ ਆਏ ਹਾਂ, ਇੱਕ ਅਸੀਂ ਹੋ ਨਹੀਂ ਰਹੇ। ਭਰਮ ਦੀ ਤਰੇੜ ਜਿਉਂਦੀ ਤਿਉਂ ਹੀ ਖੜੀ ਹੈ। ਸੋ ਜਿਹੜੀ ਇਹ ਸ੍ਰਿਸ਼ਟੀ ਵੀ ਪਰਮੇਸ਼ਰ ਨੇ ਰਚੀ ਹੈ, ਸਾਡੇ ਵਾਸਤੇ ਰਚੀ ਹੈ। ਸਾਡਾ ਭਰਮ ਦੂਰ ਹੋਵੇ ਤੇ ਅਸੀਂ ਇੱਕ ਹੋਈਏ ਤੇ ਆਪਣੇ ਘਰੇ ਵਾਪਸ ਜਾਈਏ। ਪਰ ਅਸੀਂ ਉਧਰ ਨੂੰ ਨਹੀਂ ਜਾ ਰਹੇ, ਕਿਉਂਕਿ ਸਾਨੂੰ ਉਧਰ ਨੂੰ ਲਿਜਾਣ ਵਾਸਤੇ ਕੋਈ ਦੱਸੇ ਨਹੀਂ ਰਿਹਾ, ਕੋਈ ਸੋਝਿਓ ਨਹੀਂ ਕਰਵਾ ਰਿਹਾ। ਸੋ ਇਹ ਪੁੰਨਦਾਨ ਅਸੀਂ ਕਰਨਾ ਕਿ ਆਪ ਭਾਣੇ ਵਿੱਚ ਚੱਲਣਾ ਤੇ ਦੂਜਿਆਂ ਨੂੰ ਭਾਣੇ ਵਿੱਚ ਚੱਲਣ ਦੀ ਪ੍ਰੇਰਣਾ ਕਰਨੀ ਹੈ। ਚਲਾ ਨਹੀਂ ਅਸੀਂ ਸਕਦੇ, ਉਹਨਾਂ ਨੂੰ ਸਿਰਫ ਅਸੀਂ ਪ੍ਰੇਰਣਾ ਕਰ ਦਾਂਗੇ ਵੀ ਭਾਈ ਭਾਣੇ ਵਿੱਚ ਚੱਲੋ, ਉਹਦੀ ਰਜ਼ਾ ਵਿੱਚ ਚੱਲੋ, ਉਹਦੇ ਵਿੱਚ ਹੀ ਸੁੱਖ ਹੈ। ਸੋ ਸੰਤੋਖ ਹੁੰਦਾ। ਸੋ ਪਰਮੇਸ਼ਰ ਨੇ ਜਿੰਨੀ ਵੀ ਇਹ ਰਚਨਾ ਰਚੀ ਹੋਈ ਹੈ, ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ, ਸੰਤੋਖ ਦੇ ਧਾਗੇ ਦੇ ਅੰਦਰ ਬੰਨੀ ਹੋਈ ਹੈ। ਸੰਤੋਖ ਥਾਪ ਰੱਖਿਆ ਜਨ ਸੂਤ ਅੱਗੇ ਬਚਨ ਹੈ ਜਿਹੜਾ ਪਾਤਸ਼ਾਹ ਦਾ, ਕਿ ਸੰਤੋਖ ਦਾ ਜਿਹੜਾ ਸੂਤਰ ਹੈ ਉਹਦੇ ਅੰਦਰ ਸਾਰੀ ਸ੍ਰਿਸ਼ਟੀ ਹੈ, ਸਾਰਾ ਕੁਝ ਉਹਦੇ ਭੈ ਵਿੱਚ ਚੱਲਦਾ ਹੈ। ਹਾਂ, ਬਸ ਇੱਕ ਮਨੁੱਖੀ ਮਨ ਹੈ ਜੋ ਉਸਦੇ ਹੁਕਮ ਨਾਲ ਜ਼ਰੂਰ ਟਕਰਾਉਂਦਾ ਹੈ। ਚੱਲਦਾ ਹੁਕਮ 'ਚ ਹੀ ਹੈ, ਪਰ ਟਕਰਾਉਂਦਾ। ਜਿਵੇਂ ਦੋ ਚਾਰ ਬੰਦੇ ਤੁਰੇ ਜਾਂਦੇ, ਹੁਣ ਇਕੱਠੇ ਜਾਂਦੇ ਤਾਂ ਇਕੱਠੇ ਹੀ ਨੇ ਤੁਰੇ, ਪਰ ਇੱਕ ਦੂਜੇ ਦੇ ਕੂਣੀਆਂ ਮਾਰੀ ਜਾਣੀਆਂ। ਤੁਰੇ ਜਾਂਦੇ ਆ, ਕੋਈ ਨਾ ਕੋਈ ਸ਼ਰਾਰਤ ਕਰੀ ਜਾਣੀ। ਜਾਣਾ ਤਾਂ ਜ਼ਰੂਰੀ ਹੈ, ਆਲੇ ਦੁਆਲੇ ਝਾਕੀ ਜਾਣਾ। ਇਹ ਕੁਛ ਮਨੁੱਖੀ ਤਨ ਦੇ ਅੰਦਰ ਹੁੰਦਾ। ਚੱਲਦੇ ਮਨੁੱਖ ਵੀ ਹੁਕਮ 'ਚ ਹੀ ਨੇ। ਹੁਕਮ 'ਚ ਵਾਰ ਅਸੀਂ ਵੀ ਨਹੀਂ ਜਾ ਸਕਦੇ, ਸਾਡੇ ਮਨ ਵੀ ਨਹੀਂ ਜਾ ਸਕਦਾ, ਪਰ ਜਿਹੜਾ ਸਾਡਾ ਮਨ ਹੈ ਉਹ ਆਲਾ ਦੁਆਲਾ ਝਾਕ ਹੀ ਜਾਂਦਾ। ਜਿੰਨਾ ਇਹ ਆਲਾ ਦੁਆਲਾ ਝਾਕਦਾ, ਜਾਂ ਕਿਸੇ ਦੇ ਕੂਣੀ ਮਾਰਦਾ, ਕਿਸੇ ਦੇ ਠੋਕਰ ਮਾਰਦਾ, ਕਿਸੇ ਦੀ ਚੁੰਡੀ ਵੜਤੀ, ਤਾਂ ਉਨਾ ਚਿਰ ਕੀ ਹੁੰਦਾ, ਮਨ ਦਾ ਜਿਹੜਾ ਧਿਆਨ ਹੈ ਉਹ ਮਾਰਗ ਤੋਂ ਭੰਗ ਹੁੰਦਾ ਹੈ। ਉਨਾ ਹੀ ਇਹਨੂੰ ਤਕਲੀਫ ਹੁੰਦੀ ਹੈ। ਇਹਦਾ ਸੁਭਾਅ ਬਣ ਜਾਂਦਾ। ਫਿਰ ਇਹ ਉਹ ਸੁਭਾਅ ਮੁਤਾਬਕ ਹੀ ਸੰਸਾਰ 'ਚ ਵਿਚਰਦਾ ਰਹਿੰਦਾ ਤੇ ਸਰੀਰ ਛੱਡ ਜਾਂਦਾ। ਜਦੋਂ ਸਰੀਰ ਛੁੱਟ ਜਾਂਦਾ ਤੇ ਫਿਰ ਸੁਭਾਅ ਉਹਨਾਂ ਵਰਗਾ ਨਹੀਂ ਬਣਦਾ ਜਿਹੜੇ ਬਿਲਕੁਲ ਸਟ੍ਰੇਟ ਸਿੱਧੇ ਜਾਂਦੇ। ਭੰਗ ਦਾ ਭੰਗ ਹੀ ਰਹਿ ਜਾਂਦਾ ਤੇ ਦੁਬਾਰਾ ਫਿਰ ਕੋਈ ਸਰੀਰ ਮਿਲ ਜਾਂਦਾ। ਤਾਂ ਹੀ ਤਾਂ ਗੁਰਬਾਣੀ ਕਹਿੰਦੀ ਹੈ ਵੀ ਸੂਧੇ ਸੂਧੇ ਤੁਮ ਰੇਗ ਚੱਲੋ, ਵੀ ਸਿੱਧਾ ਚੱਲ ਬਿਲਕੁਲ, ਤੂੰ ਨਾ ਆਲਾ ਦੁਆਲਾ ਝਾਕਦਾ, ਕਿਸੇ ਨੂੰ ਕਿਉਂ ਟਾਂਚ ਕਰਨੀ ਹੈ, ਕਿਸੇ ਨੂੰ ਕਿਉਂ ਕੂਣੀਆਂ ਮਾਰਦਾ, ਕਿਉਂ ਚੁੰਡੀਆਂ ਵੜਦਾ, ਕਿਉਂ ਆਲਾ ਦੁਆਲਾ ਦੇਖਦਾ। ਤੂੰ ਉਹਦੇ ਹੁਕਮ 'ਚ ਸਿੱਧਾ ਚੱਲ, ਬਾਕੀ ਉਹਦੀ ਮਰਜ਼ੀ ਹੈ। ਉਹਨੇ ਤੈਨੂੰ ਸਰੀਰ ਦਿੱਤਾ, ਉਹ ਸੰਭਾਲੂਗਾ।
ਇਹ ਉਹਦੀ ਡਿਊਟੀ ਹੈ, ਤੇਰੀ ਡਿਊਟੀ ਨਹੀਂ ਹੈ। ਤੇਰੀ ਡਿਊਟੀ ਹੈ ਤਾਂ ਸਿੱਧਾ ਉਹਦੇ ਭਾਣੇ 'ਚ ਚੱਲਣਾ, ਬਸ ਇੰਨਾ ਹੀ ਕੰਮ ਹੈ, ਹੋਰ ਤਾਂ ਕੋਈ ਖਾਸ ਐਡਾ ਕੰਮ ਵੀ ਨਹੀਂ। ਪਰ ਐਡਾ ਕੰਮ ਹੀ ਬੜਾ ਵੱਡਾ ਕੰਮ ਬਣ ਗਿਆ। ਸੋ ਪਾਤਸ਼ਾਹ ਕਹਿੰਦੇ ਸੋ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸੰਤੋਖ ਦੇ ਸੂਤ ਵਿੱਚ ਥਾਪ ਕੇ ਰੱਖੀ ਹੋਈ ਹੈ। ਸੋ ਸਭ ਉਸਦੇ ਭੈ ਵਿੱਚ ਚੱਲਦੇ ਨੇ। ਇੱਕ ਸਾਡਾ ਮਨ ਆ ਜਿਹੜਾ ਭਾਣੇ ਦੇ ਨਾਲ ਟਕਰਾਉਂਦਾ ਰਹਿੰਦਾ ਹੈ, ਆਪਣੀ ਇੱਛਾ ਪ੍ਰਗਟ ਕਰਦਾ ਰਹਿੰਦਾ ਹੈ। ਸੋ ਜੋ ਵਸਤੂ ਇਸ ਲਈ ਹੈ ਹੀ ਨਹੀਂ, ਇਹ ਉਹਦੀ ਇੱਛਾ ਕਰਦਾ ਹੈ। ਜਿਹੜੀ ਇਹਦੀ ਵਸਤੂ ਹੈ ਉਹਦੀ ਇੱਛਾ ਨਹੀਂ ਕਰਦਾ ਮਨ, ਜਿਹੜੀ ਇਹਦੀ ਵਸਤੂ ਨਹੀਂ ਹੈਗੀ ਉਹਦੀ ਇੱਛਾ ਕਰਦਾ ਹੈ। ਹੁਣ ਮਨ ਦੀ ਵਸਤੂ ਕੀ ਹੈ? ਆਪਣਾ ਆਪਾ ਜਾਣਨਾ, ਆਪਣੇ ਮੂਲ ਨੂੰ ਪਛਾਣਨਾ। ਪਰ ਇਹ ਆਪਣੇ ਮੂਲ ਨੂੰ ਪਛਾਣਨ ਦੀ ਬਜਾਏ ਮਾਇਆ ਨੂੰ ਪਛਾਣਨ ਲੱਗ ਗਿਆ। ਤੇ ਜਾਂ ਜਿਹੜੇ ਧਾਰਮਿਕ ਲੋਕ ਨੇ ਉਹ ਦੂਜੇ ਨੂੰ ਪਛਾਣਨ ਦੀ ਗੱਲ ਕਰ ਦਿੰਦੇ ਆ, ਉਹ ਦੂਜੇ ਦਾ ਗਿਆਨ ਦਿਵਾਉਂਦੇ ਆ। ਜਿਵੇਂ ਸਾਡੇ ਸਿੱਖ ਮੱਤ 'ਚ ਵੀ ਪਾਤਸ਼ਾਹੀਆਂ ਦਾ ਗਿਆਨ ਲਵੋ, ਗੁਰੂ ਗ੍ਰੰਥ ਸਾਹਿਬ 'ਚ ਕਿੰਨਿਆਂ ਦੀ ਬਾਣੀ ਹੈ, ਕਿੰਨੇ ਸ਼ਬਦ ਫਲਾਣੇ ਦੇ ਆ, ਕਿੰਨੇ ਸ਼ਬਦ ਕਿੰਨੇ ਦੇ ਆ, ਰਾਮ ਅੱਖਰ ਕਿੰਨੀ ਵਾਰੀ ਆਇਆ, ਗੋਬਿੰਦ ਅੱਖਰ ਕਿੰਨੀ ਵਾਰੀ ਆਉਂਦਾ, ਰਾਮ ਅੱਖਰ ਕਿੰਨੀ ਵਾਰੀ ਆਇਆ, ਨਿਰੰਜਨ ਕਿੰਨੀ ਵਾਰੀ ਆਇਆ। ਆਹ ਗੁਰਬਾਣੀ ਉਹਨਾਂ ਦੀ ਨਹੀਂ, ਆਹ ਗੁਰਬਾਣੀ ਫਲਾਣੇ ਦੀ ਨਹੀਂ। ਸੋ ਸਾਨੂੰ ਵੀ ਹੋਰ ਹੀ ਪਾਸੇ ਪਾਇਆ ਗਿਆ, ਜਦ ਕਿ ਗੁਰਮਤਿ ਨਾਲ ਇਸ ਚੀਜ਼ ਦਾ ਕੋਈ ਸੰਬੰਧ ਨਹੀਂ ਹੈ। ਗੁਰਮਤਿ ਦਾ ਸੰਬੰਧ ਹੈ ਜੋਤ ਨਾਲ, ਆਤਮਾ ਨਾਲ। ਆਤਮਿਕ ਤੌਰ ਤੇ ਸਾਨੂੰ ਸਾਰਾ ਸਮਝਾਉਣ ਵੀ ਤੁਸੀਂ ਕਿੱਥੋਂ ਆਏ ਸੀ, ਕੌਣ ਤੁਹਾਡਾ ਮਾਤਾ ਪਿਤਾ, ਕੌਣ ਤੁਹਾਡੇ ਭਰਾ ਨੇ, ਕਿਵੇਂ ਤੁਸੀਂ ਵਾਪਸ ਜਾਣਾ ਹੈ। ਜਿਹੜਾ ਸਾਡਾ ਅਸਲੀ ਪਰਪਸ ਹੈ ਉਹ ਵਸਤੂ ਨਹੀਂ ਸਾਨੂੰ ਦੱਸੀ ਜਾ ਰਹੀ। ਤੇ ਜੇ ਉਹ ਦੱਸਦਾ ਵੀ ਹੈ ਕੋਈ, ਉਹ ਥੋੜੀ ਬਹੁਤੀ ਗੱਲ ਦੱਸ ਜਾਂਦਾ, ਪਰ ਕਲੀਅਰ ਉਹ ਵੀ ਨਹੀਂ ਕਰਵਾਉਂਦਾ। ਜਦ ਕਿ ਉਹੀ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਵੀ ਭਾਈ ਗੱਲ ਆ ਹੈ। ਪਰਮਾਰਥ ਦੇ ਵਿੱਚ ਜੋ ਸੰਸਾਰੀ ਹੈ ਉਹ ਚੱਲਦਾ ਹੀ ਚੱਲਦਾ ਹੈ, ਉਹਨੂੰ ਨਾ ਤੁਸੀਂ ਵਧਾ ਸਕਦੇ ਨਾ ਤੁਸੀਂ ਘਟਾ ਸਕਦੇ। ਪਰਮਾਰਥ ਤੁਸੀਂ ਵਧਾ ਵੀ ਸਕਦੇ ਹੋ, ਘਟਾ ਵੀ ਸਕਦੇ ਹੋ, ਸਾਡੀ ਆਪਣੀ ਮਰਜ਼ੀ। ਅਸੀਂ ਗਿਆਨ ਵਧਾ ਲਈਏ ਚਾਹੇ ਘਟਾ ਲਈਏ। ਸਗੋਂ ਜੇ ਅਸੀਂ ਬ੍ਰਹਮ ਦਾ ਗਿਆਨ ਲੈਣ ਲੱਗ ਜਾਈਏ, ਆਪਣੇ ਆਪ ਦੀ ਸੋਝੀ ਲੈਣ ਲੱਗ ਜਾਈਏ, ਤਾਂ ਉਸ ਵਿੱਚ ਪਰਮੇਸ਼ਰ ਬਹੁਤ ਖੁਸ਼ ਹੁੰਦਾ ਹੈ। ਸੱਚਖੰਡ ਸਾਰਾ ਬਹੁਤ ਸਾਡੇ ਤੇ ਪ੍ਰਸੰਨ ਹੁੰਦਾ ਹੈ ਕਿ ਸ਼ੁਕਰ ਹੈ ਕੋਈ ਤਾਂ ਆਤਮਾ ਇਸ ਭਾਵ ਸਾਗਰ ਚੋਂ ਨਿਕਲਣਾ ਚਾਹੁੰਦੀ ਹੈ। ਫਿਰ ਉਹਦੀ ਆਰਡੀਨਰੀ ਕਿਰਪਾ ਵੀ ਕਰਦਾ, ਵਾਧੂ ਕਿਰਪਾ ਵੀ ਕਰਦਾ, ਘਨੇਰੀ ਕਿਰਪਾ ਵੀ ਕਰਦਾ। ਕਿਛ ਲਾਹੇ ਉੱਪਰ ਘਾਲੀ ਹੈ, ਉਹ ਲਾਹੇ ਦੇ ਉੱਪਰੋਂ ਵੀ ਕੁਛ ਦਿੰਦਾ ਹੈ। ਪਰ ਜੇ ਸਾਡੇ ਅੰਦਰ ਮਾਇਆ ਚੋਂ ਬਾਹਰ ਨਿਕਲਣ ਦੀ ਇੱਛਾ, ਉਹਨਾਂ ਚਿਰ ਨਹੀਂ ਦਿੰਦਾ ਜਿੰਨਾ ਚਿਰ ਸਾਡੇ ਆਪ ਦੇ ਅੰਦਰ ਹੀ ਇੱਛਾ ਨਹੀਂ ਪੈਦਾ ਹੁੰਦੀ। ਸੋ ਜੋ ਵਸਤੂ ਇਸ ਲਈ ਹੈ ਹੀ ਨਹੀਂ, ਮਨ ਦੇ ਵਾਸਤੇ ਉਹਦੀ ਮਨ ਇੱਛਾ ਕਰੀ ਜਾਂਦਾ ਹੈ। ਸੋ ਇਸ ਲਈ ਉਸਦਾ ਚੇਤਾ ਹੀ ਨਹੀਂ। ਤਾਂ ਹੀ ਪਾਤਸ਼ਾਹ ਕਹਿੰਦੇ ਅੰਮ੍ਰਿਤ ਕੌੜਾ ਵੇਖਿਆ ਮੀਠੀ, ਸਾਕਤ ਕੀ ਬਿਦ ਨੈਣੋ ਡੀਠੀ। ਕਹਿੰਦੇ ਵੇਖੀ ਆ ਅਸੀਂ ਸਾਰਾ ਕੁਝ, ਇਹਨਾਂ ਲਈ ਤਾਂ ਅੰਮ੍ਰਿਤ ਕੌੜਾ ਲੱਗਦਾ, ਵੇਖਿਆ ਮੀਠੀ ਲੱਗਦੀ ਹੈ। ਹੁਣ ਅੰਮ੍ਰਿਤ ਕੌੜਾ ਕਿਵੇਂ ਲੱਗਦਾ ਕਿ ਜਿਹੜਾ ਸੱਚ ਹੈ ਇਹਨੂੰ ਕਬੂਲਣਾ ਬਹੁਤ ਔਖਾ ਹੈ, ਤੇ ਵੇਖਿਆ ਜਿਹੜਾ ਝੂਠ ਹੈ ਉਹ ਚੰਗਾ ਲੱਗਦਾ। ਕਿਉਂਕਿ ਝੂਠ ਦੇ ਵਿੱਚ ਜਿਹੜਾ ਬਾਹਰ ਸਰੀਰ ਦੀ ਇਹਦੀ ਬਹੁਤ ਵਡਿਆਈ ਹੁੰਦੀ ਹੈ, ਤੇ ਸੱਚ ਦੇ ਲਈ ਜੋਤ ਦੀ ਵਡਿਆਈ ਹੁੰਦੀ। ਹੁਣ ਜੋਤ ਦੀਂਦੀ ਨਹੀਂ, ਜਾਤ ਦੀਂਦੀ ਹੈ। ਅਗਲਾ ਕਹਿੰਦਾ ਜਿਹੜੀ ਚੀਜ਼ ਦੀਂਦੀ ਹੋਈ ਨਹੀਂ ਤੂੰ ਉਹਦੀ ਗੱਲ ਕਰੀ ਜਾਂਦਾ, ਜਾਂ ਤਾਂ ਦਿਖਾ। ਫਿਰ ਹੁਣ ਆਤਮਾ ਇੱਕ ਐਸੀ ਚੀਜ਼ ਆ ਦਿਖਾਈ ਨਹੀਂ ਜਾ ਸਕਦੀ, ਉਹਦੇ ਬਾਰੇ ਸਮਝਾਇਆ ਹੀ ਜਾ ਸਕਦਾ ਹੈ। ਤੇ ਸਮਝ ਕੇ ਕੋਈ ਉਹ 'ਤੇ ਭਰੋਸਾ ਕਰ ਲਵੇ, ਆਪ ਸੋਝੀ ਪ੍ਰਾਪਤ ਕਰ ਲਵੇ, ਤਾਂ ਉਹ ਆਪਣੀ ਆਤਮਾ ਨੂੰ ਤਾਂ ਦੇਖ ਸਕਦਾ, ਦੂਜਾ ਨਹੀਂ ਦਿਖਾ ਸਕਦਾ। ਕਿਉਂਕਿ ਆਤਮਾ ਦਾ ਤਾਂ ਰੂਪ ਰੇਖ ਰੰਗ ਕੁਛ ਹੈ ਹੀ ਨਹੀਂ, ਦਿਖਾਊ ਕੀ। ਰੂਪ ਨ ਰੇਖ ਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਜਿਸੇ ਬੁਝਾਏ ਨਾਨਕਾ। ਦੇਖੋ ਪਾਤਸ਼ਾਹ ਨੇ ਇਹ ਨਹੀਂ ਲਿਖਿਆ ਵੀ ਜਿਸੇ ਦਿਖਾਏ, ਬੁਝਾਏ ਲਿਖਿਆ ਹੋਇਆ। ਜਿਸੇ ਬੁਝਾਏ ਨਾਨਕਾ ਤਿਸ ਹੋਵੈ ਸੋ ਪ੍ਰਸੰਨ। ਉਹੀ 100% ਹੋਊਗਾ ਆਪਣੇ ਆਪ ਤੇ ਜਦੋਂ ਉਹਨੂੰ ਆਪਣੇ ਆਪ ਦੀ ਬੁਝਾਰਤ ਬੁੱਝ ਲਈ। ਇਹ ਤਾਂ ਬੁੱਝਣ ਦਾ ਵਿਸ਼ਾ ਹੈ, ਜਾਣਨ ਦਾ ਵਿਸ਼ਾ ਹੈ, ਸਮਝਣ ਦਾ ਵਿਸ਼ਾ ਹੈ, ਵਿਚਾਰਨ ਦਾ ਵਿਸ਼ਾ ਹੈ। ਜਿਵੇਂ ਅਸੀਂ ਸੰਸਾਰੀ ਤੌਰ ਤੇ ਕਹਿੰਦੇ ਹਾਂ ਵੀ ਸਾਨੂੰ ਐਂ ਦਰਸ਼ਨ ਹੋ ਜਾਣ, ਐਂ ਨਹੀਂ ਹੁੰਦਾ। ਗੁਰਬਾਣੀ 'ਚ ਕਿਤੇ ਕੋਈ ਐਸਾ ਵਚਨ ਨਹੀਂ ਆਉਂਦਾ। ਹਾਂ ਕੋਈ ਆਉਂਦਾ ਹੋਵੇ ਤਾਂ ਮੈਨੂੰ ਜ਼ਰੂਰ ਸੋਝੀ ਕਰਵਾਇਓ ਕਿ ਆਹ ਦੇਖ ਲਿਖਿਆ ਹੋਇਆ।
ਤਾਂ ਆਪਾਂ ਬੈਠ ਕੇ ਜ਼ਰੂਰ ਵਿਚਾਰ ਕਰਾਂਗੇ, ਕਿਤੇ ਆਪਾਂ ਹੀ ਨਾ ਗਲਤ ਚੱਲਦੇ ਹੋਈਏ। ਸੋ ਸਾਂਝ ਕਰਨੀ ਚਾਹੀਦੀ ਹੈ ਗੁਣਾਂ ਦੀ। ਸੋ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਹੈ। ਸੋ ਅਸੀਂ ਵੀ ਸੱਤ ਸਰੂਪ ਜੋ ਸਾਡੀ ਪ੍ਰਾਤਮਾ ਹੈ, ਇਸ ਨੇ ਸੰਤੋਖ ਧਾਰਨ ਹੈ। ਮਾਇਆ ਦੀ ਇੱਛਾ ਛੱਡ ਕੇ ਅੰਮ੍ਰਿਤ ਰਸ ਪੀਣਾ ਹੈ। ਥਾਪ ਰੱਖਣਾ ਭਾਵ ਕਿ ਟਿਕਾ ਕੇ ਰੱਖਣਾ। ਸੰਤੋਖ ਥਾਪ ਰੱਖਿਆ ਜਿਨੀ ਸੂਤ, ਜਿਵੇਂ ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਹੁਕਮ ਦੇ ਵਿੱਚ ਰੱਖਿਆ ਹੋਇਆ, ਅਸੀਂ ਵੀ ਉਸ ਹੁਕਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣਾ, ਕਿ ਅਸੀਂ ਹੁਕਮ ਦੇ ਧਾਗੇ ਤੋਂ ਬਾਹਰ ਨਾ ਚਲੇ ਜਾਈਏ। ਜੇ ਹੁਕਮ ਦੇ ਧਾਗੇ ਤੋਂ ਬਾਹਰ ਮਣਕਾ ਚਲੇ ਜਾਵੇ ਨਾ, ਫਿਰ ਉਹ ਦੂਰ ਚਲਾ ਜਾਂਦਾ, ਟੁੱਟ ਜਾਂਦਾ। ਇਸੇ ਤਰ੍ਹਾਂ ਹੀ ਅਸੀਂ ਵੀ ਆਪਣੇ ਮਨ ਨੂੰ ਹੁਕਮ ਦੇ ਵਿੱਚ ਰੱਖਣਾ, ਉਹਦੇ ਭਾਣੇ ਵਿੱਚ ਰੱਖਣਾ। ਥਾਪ ਕੇ ਰੱਖਣਾ ਭਾਵ ਅੰਮ੍ਰਿਤ ਰਸ ਨਾਲ ਆਤਮਾ ਪ੍ਰਾਤਮਾ ਇੱਕ ਹੋ ਜਾਣ, ਫਿਰ ਹੁਕਮ ਦੇ ਸੂਤ ਧਾਗੇ ਵਿੱਚ ਸਦਾ ਹੀ ਪਰੋਈਆਂ ਰਹਿਣਗੀਆਂ। ਸੋ ਇਹ ਸੀ ਅੱਜ ਦਾ ਬਚਨ ਜੋ ਗੁਰਬਾਣੀ ਦਾ ਆਪਾਂ ਨੇ ਵਿਚਾਰਿਆ। ਧੌਲ ਧਰਮ ਦਇਆ ਕਾਪੂਤ, ਸੰਤੋਖ ਥਾਪ ਰੱਖਿਆ ਜਿਨੀ ਸੂਤ। ਸੋ ਹੇ ਮੇਰੇ ਮਨਾ, ਤੂੰ ਇਸ ਗੁਰਬਾਣੀ ਦੀ ਸੋਝੀ ਪ੍ਰਾਪਤ ਕਰ ਕਰ। ਜਿਹੜਾ ਧੌਲ ਧਰਮ ਹੈ, ਸ਼ੁੱਧ ਗਿਆਨ ਹੈ, ਹੁਕਮ ਹੈ ਜਿਹੜਾ, ਉਹਨੂੰ ਪ੍ਰਾਪਤ ਕਰ। ਉਹਦੇ ਵਾਸਤੇ ਪਾਤਸ਼ਾਹ ਨੇ ਤੇਰੇ ਤੇ ਤਰਸ ਕੀਤਾ, ਦਇਆ ਕੀਤੀ, ਤੈਨੂੰ ਆ ਪੁੱਤਰ ਦਿੱਤਾ, ਗਿਆਨ ਦਿੱਤਾ, ਗੁਰਬਾਣੀ ਦਿੱਤੀ। ਬੇਅੰਤ ਗੁਰਸਿੱਖ ਇਸ ਭਵ ਸਾਗਰ ਵਿੱਚ ਹੈਗੇ, ਉਹਨਾਂ ਨਾਲ ਬੈਠ ਕੇ ਵਿਚਾਰਾਂ ਕਰ, ਸੋਝੀ ਪ੍ਰਾਪਤ ਕਰ, ਬਾਰ-ਬਾਰ ਆਪਣੇ ਮਨ ਨੂੰ ਮਾਇਆ ਚੋਂ ਬਾਹਰ ਲਿਜਾਣ ਬਾਰੇ। ਫਿਰ ਜਦੋਂ ਮਾਇਆ ਚੋਂ ਬਾਹਰ ਚਲੇ ਗਿਆ, ਫਿਰ ਸੰਤੋਖ ਥਾਪ ਰੱਖਿਆ ਜਿਨੀ ਸੂਤ। ਜਿਵੇਂ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਚੱਲਦੀ ਹੈ, ਸੰਤੋਖੀ ਹੋ ਕੇ ਸ੍ਰਿਸ਼ਟੀ ਚੱਲਦੀ ਹੈ। ਜੀਵ ਨੇ ਉਹ ਵੀ ਸੰਤੋਖੀ ਨੇ, ਜਦੋਂ ਪਰਮੇਸ਼ਰ ਨੇ ਦੇਣਾ ਸਭ ਨੂੰ ਰਿਜ਼ਕ ਦੇ ਰਿਹਾ। ਤੂੰ ਵੀ ਸੰਤੋਖੀ ਬਣ ਕੇ ਚੱਲ, ਮਾਇਆ ਵਾਲਾ ਪਾਸਾ ਛੱਡ, ਸੱਚ ਵਾਲਾ ਪਾਸਾ ਗ੍ਰਹਿਣ ਕਰ। ਫਿਰ ਥਾਪ ਆਪਣੇ ਮਨ ਨੂੰ ਟਿਕਾ ਕੇ ਰੱਖ। ਜਿਨ੍ਹਾਂ ਜਿਨ੍ਹਾਂ ਨੇ ਵੀ ਰੱਖਿਆ, ਉਹੀ ਜੋਤ ਹੁਕਮ ਦੇ ਵਿੱਚ ਹੈ, ਉਹਦੇ ਸੂਤਰ ਦੇ ਅੰਦਰ ਚੱਲਦੀ ਹੈ। ਭੈ ਵਿੱਚ ਪਵਨ ਵਹੈ ਸਦਭਾਉ, ਭੈ ਵਿੱਚ ਚੱਲੈ ਲਖ ਦਰਿਆ। ਸਾਰਾ ਕੁਛ ਉਹਦੇ ਹੁਕਮ ਵਿੱਚ ਚੱਲਦਾ। ਹੇ ਮੇਰੇ ਮਨ, ਤੂੰ ਵੀ ਹੁਕਮ ਵਿੱਚ ਚੱਲ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।